ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਸੂਬੇ ਪੰਜਾਬ ਤੇ ਦੇਸ਼ ਦੀਆਂ ਖਾਸ ਤੇ ਵੱਡੀਆਂ ਖਬਰਾਂ ਦਾ ਖਾਸ ਬੁਲੇਟਿਨ ਲੈ ਕੇ ਹਾਜ਼ਰ ਹੋ ਗਏ ਹਾਂ ਜੀ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਤੁਹਾਨੂੰ ਛੋਟੀ ਜੀ ਬੇਨਤੀ ਕਰਦੇ ਹਾਂ ਜੀ, ਵੀਡੀਓ ਦੇ ਅੰਤ ਤੱਕ ਸਾਡੇ ਨਾਲ ਬਣੇ ਰਹਿਣਾ ਤਾਂ ਜੋ ਕੋਈ ਵੀ ਖਬਰ ਤੁਹਾਡੇ ਤੋਂ ਮਿਸ ਨਾ ਹੋਵੇ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਕਿਸਾਨੀ ਅੰਦੋਲਨ ਨੂੰ ਲੈ ਕੇ। ਕੇਂਦਰੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਬਿਆਨ। ਕੇਂਦਰ ਸਰਕਾਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਸਰਹੱਦ ਤੇ ਕਰੀਬ 4 ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ਦੇ ਵਿਚਕਾਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਸ ਦਿਨ ਖੇਤੀਬਾੜੀ ਲਹਿਰ ਦੇ ਆਗੂ ਕੋਈ ਰਾਹ ਲੱਭਣਾ ਚਾਹੁੰਦੇ ਹਨ ਉਸੇ ਦਿਨ ਹੀ ਇਸ ਦਾ ਹੱਲ ਹੋ ਪਾਏਗਾ। ਇੱਕ ਸਵਾਲ ਦੇ ਜਵਾਬ ਵਿੱਚ ਤੋਮਰ ਨੇ ਗਵਾਲੀਅਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 4 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਆਗੂ ਕੋਈ ਰਾਹ ਲੱਭਣਾ ਚਾਹੁਣਗੇ ਤਾਂ ਉਸੇ ਦਿਨ ਹੀ ਕੋਈ ਹੱਲ ਲੱਭ ਲਿਆ ਜਾਵੇਗਾ ਤੇ ਸਰਕਾਰ ਰਾਹ ਲੱਭਣ ਦੀ ਪੂਰੀ ਕੋਸ਼ਿਸ਼ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ ਤੇ ਹੱਲ ਵੀ ਚਾਹੁੰਦੀ ਹੈ, ਪਰ ਕਿਸਾਨ ਇਸ ਨੂੰ ਮੰਨਣਾ ਨਹੀਂ ਚਾਹੁੰਦੇ। ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕਿਸਾਨ ਮਨਾਉਣਗੇ ਹੋਲੀ। ਕੇਂਦਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਕਾਰ ਅੱਜ ਕਿਸਾਨਾਂ ਵੱਲੋਂ 26 ਮਾਰਚ ਦੇ ਭਾਰਤ ਬੰਦ ਮਗਰੋਂ ਹੁਣ ਕਿਸਾਨਾਂ ਨੇ 28 ਮਾਰਚ ਨੂੰ ਟਿਕਰੀ ਬਾਰਡਰ ਤੇ ਹੋਲਿਕਾ ਦਹਨ ਦਾ ਪ੍ਰੋਗਰਾਮ ਰੱਖਿਆ ਹੈ। ਕਿਸਾਨਾਂ ਦਾ ਅੰਦੋਲਨ ਅੱਜ 122ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨਾਂ ਵੱਲੋਂ ਹੋਲਿਕਾ ਦਹਨ ਮੌਕੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਸਾਲ ਕਿਸਾਨ ਰੰਗ ਜਾਂ ਗੁਲਾਲ ਨਾਲ ਹੋਲੀ ਨਹੀਂ ਖੇਡਣਗੇ ਬਲਕਿ ਮਿੱਟੀ ਨਾਲ ਇੱਕ ਦੂਜੇ ਦੇ ਟਿੱਕਾ ਲਗਾਉਣਗੇ। ਕਿਸਾਨਾਂ ਨੇ ਹੋਲੀ ਰੰਗਾਂ ਨਾਲ ਨਾ ਖੇਡਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੇ ਇਹ ਫੈਸਲਾ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਹੈ। ਜਲੰਧਰ ਦੀ ਇੱਕ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ। ਜਲੰਧਰ 'ਚ ਫੋਕਲ ਪੁਆਇੰਟ ਦੀ ਸੈਨਿਕ ਕਲੋਨੀ ਵਿੱਚ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਹੈ ਕਿ ਇਸ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਹਨ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਤੇ ਉਹਨਾਂ ਨੇ ਅੱਗ ਬੁਝਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਹਾਲੇ ਤੱਕ ਇਸ ਹਾਦਸੇ ਵਿੱਚ ਕੋਈ ਵੀ ਜਾਨ ਤੇ ਮਾਲ ਦੇ ਨੁਕਸਾਨ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਭਾਰਤ ਵਿੱਚ ਫਿਰ ਬੇਕਾਬੂ ਹੋਇਆ ਕਰੋਨਾ। 2021 ਵਿੱਚ ਪਹਿਲੀ ਵਾਰ ਇੱਕ ਦਿਨ ਵਿੱਚ 300 ਤੋਂ ਜ਼ਿਆਦਾ ਮੌਤਾਂ। ਦੇਸ਼ ਵਿੱਚ ਕਰੋਨਾ ਮਹਾਮਾਰੀ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕਰੋਨਾ ਦੇ 62,714 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਸ ਦੌਰਾਨ 28,739 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਗਈ ਹੈ, ਪਰ ਮ੍ਰਿਤਕਾਂ ਦਾ ਅੰਕੜਾ 312 ਨੂੰ ਪਹੁੰਚ ਗਿਆ ਹੈ ਜੋ ਕਿ ਇਸ ਸਾਲ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ। ਤਾਜ਼ਾ ਅੰਕੜਿਆਂ ਦੇ ਨਾਲ ਹੀ ਭਾਰਤ ਵਿੱਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1,19,71,624 ਹੋ ਗਈ ਹੈ। ਇਹਨਾਂ ਵਿੱਚੋਂ 1,13,23,762 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 4,86,310 ਐਕਟਿਵ ਮਰੀਜ਼ ਹਨ। ਯਾਨੀ ਕਿ ਇੰਨੇ ਲੋਕਾਂ ਦਾ ਇਲਾਜ ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਹੁਣ ਤੱਕ ਦੇਸ਼ ਵਿੱਚ 1,61,552 ਲੋਕਾਂ ਦੀ ਕਰੋਨਾ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ। ਸ਼ਬਦ ਕੀਰਤਨ ਨਾਲ ਸ਼ੁਰੂ ਹੋਈ ਮਹਾਪੰਚਾਇਤ। ਲੁਧਿਆਣਾ ਜਲੰਧਰ ਬਾਈਪਾਸ ਦਾਣਾ ਮੰਡੀ ਵਿੱਚ ਕਿਰਤੀ ਬਚਾਓ ਕਿਸਾਨ ਬਚਾਓ ਸੰਵਿਧਾਨ ਬਚਾਓ ਪੰਚਾਇਤ ਦੀ ਸ਼ੁਰੂਆਤ ਭਾਈ ਕਨ੍ਹਈਆ ਜੀ ਸੇਵਾ ਸੁਸਾਇਟੀ ਵੱਲੋਂ ਬੀਬੀ ਅੰਮ੍ਰਿਤਪਾਲ ਕੌਰ ਤੇ ਉਹਨਾਂ ਦੇ ਜਥੇ ਵੱਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ। ਮਹਾਪੰਚਾਇਤ ਵਿੱਚ ਸ਼ਾਮਲ ਹੋ ਰਹੇ ਲੋਕਾਂ ਨੂੰ ਸਮੇਂ-ਸਮੇਂ ਤੇ ਮੂੰਹ ਤੇ ਮਾਸਕ, ਸਰੀਰਕ ਦੂਰੀ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕਰਦਿਆਂ ਮੌਕੇ ਤੇ ਵੱਡੀ ਮਾਤਰਾ ਵਿੱਚ ਪੁਲਿਸ ਫੋਰਸ, ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਐਂਬੂਲੈਂਸ, ਡਾਕਟਰੀ ਸਹਾਇਤਾ ਤੇ ਭਾਰੀ ਮਾਤਰਾ ਵਿੱਚ ਟ੍ਰੈਫਿਕ ਪੁਲਿਸ ਵੀ ਤਾਇਨਾਤ ਹੈ ਤਾਂ ਜੋ ਭਾਰੀ ਮਾਤਰਾ ਵਿੱਚ ਦਾਣਾ ਮੰਡੀ 'ਚ ਪਹੁੰਚੀਆਂ ਗੱਡੀਆਂ ਨੂੰ ਸਹੀ ਤਰੀਕੇ ਨਾਲ ਲਗਵਾਇਆ ਜਾ ਸਕੇ ਤਾਂ ਜੋ ਕਿਸੇ ਨੂੰ ਵੀ ਜਾਮ ਦਾ ਸਾਹਮਣਾ ਨਾ ਕਰਨਾ ਪਵੇ। ਸਵੇਰ 9 ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੁਸਾਇਟੀ ਵੱਲੋਂ ਕਿਰਤੀ ਕਿਸਾਨ ਮਹਾਪੰਚਾਇਤ ਰੈਲੀ ਨੂੰ ਜੀ ਆਇਆਂ ਆਖਦੇ ਮਹਾਨ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ ਮਾਮਲੇ ਵਿੱਚ ਕਈ ਆਗੂਆਂ ਸਮੇਤ 300 ਲੋਕਾਂ ਤੇ ਕੇਸ ਦਰਜ। ਮਲੋਟ ਵਿੱਚ ਬੀਤੇ ਕੱਲ੍ਹ ਭਾਜਪਾ ਵਿਧਾਇਕ ਅਰੁਣ ਨਾਰੰਗ ਤੇ ਹਮਲੇ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਮਲੋਟ ਨੇ ਭਾਕਿਯੂ ਦੇ 7 ਆਗੂਆਂ ਸਮੇਤ ਕਰੀਬ 250 ਤੋਂ ਲੈ ਕੇ 300 ਪ੍ਰਦਰਸ਼ਨਕਾਰੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਐਸਪੀ ਹੈੱਡਕੁਆਰਟਰ ਗੁਰਮੇਲ ਸਿੰਘ ਦੇ ਬਿਆਨਾਂ ਤੇ ਦਰਜ ਕੀਤਾ ਗਿਆ।
ਐਸਪੀ ਹੈੱਡਕੁਆਟਰ ਗੁਰਮੇਲ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ 4 ਪੁਲਿਸ ਮੁਲਾਜ਼ਮਾਂ ਸਮੇਤ ਵਿਧਾਇਕ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਲਖਨਪਾਲ ਸ਼ਰਮਾ ਵਾਸੀ ਆਲਮਵਾਲਾ ਤੇ ਅਵਤਾਰ ਸਿੰਘ ਫਕਰਸਰ ਸਮੇਤ ਕਰੀਬ 250 ਤੋਂ ਲੈ ਕੇ 300 ਲੋਕਾਂ ਨੇ ਹਮਲਾ ਕਰ ਦਿੱਤਾ। ਥਾਣਾ ਸਿਟੀ ਮਲੋਟ ਪੁਲਿਸ ਨੇ ਐਸਪੀ ਦੇ ਬਿਆਨਾਂ ਦੇ ਆਧਾਰ ਤੇ 7 ਲੋਕਾਂ ਨੂੰ ਨਾਮਜ਼ਦ ਕਰਦਿਆਂ ਕਰੀਬ 250 ਤੋਂ ਲੈ ਕੇ 300 ਲੋਕਾਂ ਖਿਲਾਫ ਧਾਰਾ 307, 353, 186, 188, 332, 342, 506, 148, 149 IPC ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੰਜਾਬ ਵਿੱਚ 1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਵੇਜ ਬੋਰਡ। ਕੇਂਦਰ ਸਰਕਾਰ ਵੱਲੋਂ ਨਵਾਂ ਵੇਜ ਬੋਰਡ ਦਾ ਖਾਕਾ ਤਿਆਰ ਕਰ ਦਿੱਤਾ ਗਿਆ ਹੈ ਤੇ ਇਸ ਨੂੰ 1 ਅਪ੍ਰੈਲ ਤੋਂ ਲਾਗੂ ਕਰ ਦਿੱਤਾ ਜਾਵੇਗਾ। ਇਸ ਵਿੱਚ ਕਈ ਤਰ੍ਹਾਂ ਦੇ ਨਵੇਂ ਸੋਧ ਕੀਤੇ ਗਏ ਹਨ। ਇਸ ਵਿੱਚ ਮੁਲਾਜ਼ਮਾਂ ਤੇ ਸਨਅਤੀ ਅਦਾਰਿਆਂ ਦੋਵਾਂ ਦੇ ਹਿੱਤਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੈ। ਇਸ ਸੰਬੰਧੀ ਚਰਚਾਵਾਂ ਦਾ ਦੌਰ ਜਾਰੀ ਹੈ ਤੇ ਉਦਮੀਆਂ ਤੋਂ ਲੈ ਕੇ ਪ੍ਰੋਫੈਸ਼ਨਲ ਇਸ ਬਾਰੇ ਚਰਚਾ ਦੇ ਦੌਰ 'ਚ ਜੁਟੇ ਹੋਏ ਹਨ ਤੇ ਇਸ ਨਾਲ ਜੁੜੀਆਂ ਬਰੀਕੀਆਂ ਨੂੰ ਜਾਣ ਰਹੇ ਹਨ ਤਾਂ ਜੋ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਸੰਸਾ ਨਾ ਰਹੇ ਤੇ ਇਸ ਨੂੰ ਲਾਗੂ ਕਰਨ ਵਿੱਚ ਹਰ ਕੋਈ ਸਜਗ ਹੋ ਸਕੇ। ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਮੁਲਾਜ਼ਮਾਂ ਨੂੰ ਹਰ ਤਰ੍ਹਾਂ ਦਾ ਭੁਗਤਾਨ ਕੈਸ਼ ਕਰੰਸੀ ਵਿੱਚ ਨਾ ਕਰਕੇ ਡਿਜੀਟਲ ਪਲੇਟਫਾਰਮ ਤੇ ਕਰਨਾ ਪਵੇਗਾ। ਇਸ ਦੇ ਨਾਲ ਹੀ ਕਈ ਅਹਿਮ ਬਦਲਾਅ ਵੀ ਕੀਤੇ ਗਏ ਹਨ। 1 ਅਪ੍ਰੈਲ ਤੋਂ ਲਾਗੂ ਹੋ ਰਹੇ ਨਵੇਂ ਵੇਜ ਬੋਰਡ ਵਿੱਚ ਮੁਲਾਜ਼ਮਾਂ ਤੇ ਉਦਮੀਆਂ ਨੂੰ ਫਾਇਦਾ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਨਵੇਂ ਵੇਜ ਬੋਰਡ ਵਿੱਚ ਮੋਡ ਆਫ ਪੇਮੈਂਟ ਇਲੈਕਟ੍ਰੋਨਿਕਸ ਕਰਨਾ ਪਵੇਗਾ। ਕੈਸ਼ ਟ੍ਰਾਂਜੈਕਸ਼ਨ ਹੁਣ ਮੁਕੰਮਲ ਬੰਦ ਹੋ ਜਾਵੇਗੀ। ਹੁਣ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ ਬੋਨਸ ਵੀ ਆਨਲਾਈਨ ਹੀ ਦੇਣਾ ਪਵੇਗਾ। ਹੁਣ ਤਨਖਾਹ ਵਿੱਚ ਡਿਡਕਸ਼ਨ ਦੀ ਲਿਮਟ ਨੂੰ 50% ਤੋਂ ਜ਼ਿਆਦਾ ਨਹੀਂ ਕੀਤਾ ਜਾ ਸਕਦਾ। ਹੁਣ ਸਾਰੇ ਇੱਕੋ ਹੀ ਕੰਬਾਈਨ ਕੋਡ ਤਹਿਤ ਕੰਮ ਕਰਨਗੇ। ਇਸ ਦੇ ਜ਼ਰੀਏ ਹੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਵੀ ਹੋਵੇਗਾ। ਫਿਕਸ ਇੰਪਲੋਇਮੈਂਟ ਪ੍ਰੋਵੀਜ਼ਨ ਵੀ ਲਾਗੂ ਹੋ ਜਾਵੇਗਾ। ਇਸ ਵਿੱਚ ਪੱਕੇ ਮੁਲਾਜ਼ਮਾਂ ਦੀ ਤਰ੍ਹਾਂ ਸਾਰੇ ਲਾਭ ਹਾਸਲ ਹੋਣਗੇ। ਕਿਸਾਨ ਯੂਨੀਅਨ ਨੇ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਨੂੰ ਰੈਸਟ ਹਾਊਸ ਵਿੱਚ ਬਣਾਇਆ ਬੰਦੀ। ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਭਾਜਪਾ ਦੇ ਪੰਜਾਬ ਦੇ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੂੰ ਸਥਾਨਕ ਰੈਸਟ ਹਾਊਸ ਵਿੱਚ ਉਸ ਸਮੇਂ ਬੰਦੀ ਬਣਾ ਲਿਆ ਗਿਆ ਜਦੋਂ ਉਹ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਸਨ, ਜਿਸ ਦੀ ਭਣਕ ਕਿਸਾਨਾਂ ਨੂੰ ਪੈ ਗਈ ਤੇ ਵੇਖਦੇ ਹੀ ਵੇਖਦੇ ਸੈਂਕੜੇ ਕਿਸਾਨ ਟਰਾਲੀਆਂ ਭਰ ਕੇ ਰੈਸਟ ਹਾਊਸ ਵਿੱਚ ਪੁੱਜ ਗਏ ਤੇ ਪ੍ਰਵੀਨ ਬਾਂਸਲ ਨੂੰ ਬੰਦੀ ਬਣਾ ਲਿਆ। ਇਸ ਮੌਕੇ ਕਿਸਾਨਾਂ ਨੇ ਡੀਸੀ ਕੰਪਲੈਕਸ ਰੋਡ ਜਾਮ ਕਰਕੇ ਧਰਨਾ ਵੀ ਦਿੱਤਾ। ਭਾਜਪਾ ਆਗੂ ਨੂੰ ਬੰਦੀ ਬਣਾਉਣ ਦੀ ਸੂਚਨਾ ਮਿਲਦੇ ਹੀ ਐਸਪੀਡੀ ਸੁਖਦੇਵ ਸਿੰਘ ਵਿਰਕ ਤੇ ਡੀਐਸਪੀ ਲਖਵੀਰ ਸਿੰਘ ਭਾਰੀ ਪੁਲਿਸ ਫੋਰਸ ਲੈ ਕੇ ਰੈਸਟ ਹਾਊਸ ਪੁੱਜ ਗਏ ਤੇ ਰੈਸਟ ਹਾਊਸ ਦੇ ਸਾਰੇ ਗੇਟ ਬੰਦ ਕਰ ਦਿੱਤੇ ਹਨ। ਮਲੋਟ ਵਿੱਚ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਦਾ ਵੱਡਾ ਬਿਆਨ। ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮਲੋਟ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਵਾਪਰੀ ਘਟਨਾ ਦੀ ਨਿੰਦਿਆ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਇਹ ਘਟਨਾ ਭਾਜਪਾ ਲੀਡਰਸ਼ਿਪ ਵੱਲੋਂ ਲਗਾਤਾਰ ਕੀਤੀ ਜਾ ਰਹੀ ਗਲਤ ਬਿਆਨਬਾਜ਼ੀ ਦਾ ਵੀ ਨਤੀਜਾ ਹੈ। ਡੱਲੇਵਾਲ ਨੇ ਕਿਹਾ ਕਿ ਕਿਸਾਨ ਪੂਰੀ ਤਰ੍ਹਾਂ ਸ਼ਾਂਤਮਈ ਅੰਦੋਲਨ ਕਰ ਰਹੇ ਹਨ। 26 ਮਾਰਚ ਦਾ ਬੰਦ ਵੀ ਸ਼ਾਂਤਮਈ ਹੀ ਰਿਹਾ ਪਰ ਭਾਜਪਾ ਲੀਡਰਸ਼ਿਪ ਵੱਲੋਂ ਲਗਾਤਾਰ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੁਜਰਾਤ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਡੱਲੇਵਾਲ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਵੀ ਦੇਸ਼ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਭਾਜਪਾ ਲੀਡਰਸ਼ਿਪ ਨੂੰ ਗਲਤ ਬਿਆਨਬਾਜ਼ੀ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਯੂਨੀਅਨ ਦੇ ਅਹੁਦੇਦਾਰ ਲਗਾਤਾਰ ਮਲੋਟ ਵਿਖੇ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਰਹੇ ਪਰ ਇਸ ਦੇ ਬਾਵਜੂਦ ਵੀ ਉੱਥੇ ਇਹ ਘਟਨਾ ਵਾਪਰ ਗਈ। ਇਸ ਘਟਨਾ ਦੀ ਅਸੀਂ ਸਭ ਨਿੰਦਾ ਕਰਦੇ ਹਾਂ। ਕਿਸਾਨ ਆਗੂ ਰਕੇਸ਼ ਟਕੈਤ ਨੇ ਦਿੱਤੀ ਧਮਕੀ, ਯੁੱਧਵੀਰ ਨੂੰ ਛੱਡ ਦਿਓ ਨਹੀਂ ਤਾਂ ਨੇਤਾਵਾਂ ਨੂੰ ਨਜ਼ਰਬੰਦ ਕਰ ਦੇਣਗੇ ਕਿਸਾਨ। ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਨੂੰ 4 ਮਹੀਨੇ ਤੇ ਕਿਸਾਨ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਐਲਾਨ ਵੀ ਕੀਤਾ ਸੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਯੁੱਧਵੀਰ ਸਿੰਘ ਅਹਿਮਦਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੈਸ ਕਾਨਫਰੰਸ ਦੌਰਾਨ ਹੀ ਗੁਜਰਾਤ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਕਿਸਾਨ ਨੇਤਾ ਦੀ ਗ੍ਰਿਫਤਾਰੀ ਤੇ ਰਕੇਸ਼ ਟਕੈਤ ਨੇ ਕਿਹਾ ਹੈ ਕਿ ਯੁੱਧਵੀਰ ਨੂੰ ਛੱਡ ਦਿਓ ਨਹੀਂ ਤਾਂ ਕਿਸਾਨ ਸਾਰੇ ਨੇਤਾਵਾਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਦੇਣਗੇ।
किसान महापंचायत विच लोकां नूं संबोधित करते हुए राकेश टिकैत ने कहा कि जो भी लोग गिरफ्तार होए हैं ਜਾਂ जिन्हां लोगों ते भी केस होए हैं उन्हां नूं छड्ड दिओ। नाल ही उन्हां कहा कि सरकार सुधर जाए नहीं तो लोग नेतावां नूं नज़रबंद करना शुरू कर देणगे। इस तो इलावा टिकैत ने कहा कि हो सकता है कि सरकार उन्हां थावां ते लॉकडाउन करे जिथे किसान अंदोलन चल रहा है, पर असीं सरकार की किसी भी इच्छा नूं सफल नहीं होण देवांगे। दोस्तों अगे कुछ खबरां देश तो देखते हाँ जी। दिल्ली की अदालत का वड्डा फैसला, पत्नी नूं गुजारा भत्ता देण की जिम्मेवारी तो नहीं भज सकता पति। दिल्ली की एक अदालत ने वख रह रही पत्नी नूं अंतरिम गुजारा भत्ता देण के हुक्म नूं चुनौती देण वाली एक व्यक्ति की अपील नूं खारज करते हुए कहा है कि रस्मी तौर पर विआह के लिआंदी गई पत्नी नूं गुजारा भत्ता देना पति की समाजिक ते कानूनी जिम्मेवारी है तो वह अपनी जिम्मेवारियां तो भज नहीं सकता। हालांकि अदालत ने अपने फैसले में यह भी कहा है क्योंकि पत्नी पढ़ी लिखी है लिहाजा उसनूं अपने लिए कोई नौकरी लभनी चाहिए है तो वह घर च खाली बैठ के अपनी प्रतिभा नूं बर्बाद ना करे। अदालत ने हुक्म जारी किए हैं कि पति अपनी पत्नी नूं अंतरिम गुजारे के भत्ते के तौर पर 20,000 रुपए देवे। दिल्ली च अंतरजाती विआह करन ते केजरीवाल सरकार देवेगी सुरक्षा। दिल्ली सरकार ने अंतरजाती या अंतर धार्मिक विआह करवाउण वालियां ते अजिहे कुआरे जोड़ियां जिन्हां दे रिश्तियां दा विरोध उन्हां दा परिवार स्थानक समुदाय या खाप कर रहा है उन्हां नूं उत्पीड़न तो बचाउण लई ते सुरक्षा उपलब्ध करवाउण लई स्पैशल सैल गठित करन दा निर्देश जारी किया है। इस नाल संबंधित SOP जारी कर दी गई है। दिल्ली सरकार वालों जारी सर्कुलर विच कहा गया है कि सरकार अजिहे जोड़ियां नूं अपने सेफ हाउस विच घर उपलब्ध कराएगी जिन्हां दे रिश्तियां दा उन्हां दे परिवार स्थानक समुदाय या खाप विरोध कर रहे हैं। केजरीवाल 4 अप्रैल नूं किसान महापंचायत नूं करनगे संबोधित। आम आदमी पार्टी के हरियाणा प्रदेश सह मुखी ते राज सभा सांसद मैंबर डॉक्टर सुशील गुप्ता ने कहा कि खेती कानूनां नूं लैके दिल्ली के मुख्यमंत्री अरविंद केजरीवाल 4 अप्रैल नूं जींद के हुड्डा मैदान विच 50 तो वध किसान जथेबंदियां की महापंचायत नूं संबोधित करनगे। गुप्ता ने पत्रकारां नाल गलबात दौरान जानकारी दिंदे दस्सिया कि इस महापंचायत विच संसद मैंबर भगवंत मान, सीनियर नेता गोपाल राय तो इलावा हरियाणे के कई सीनियर नेता भी संबोधित करनगे। गुप्ता ने दस्सिया कि महापंचायत का आयोजन किसानों की अपील ते किया गया है। इस मौके आप दे कई नेता भी मौजूद सन। उन्होंने कहा कि खेती कानून रद्द करने की मंग नूं लैके किसान टिकरी, ਸਿੰਘੂ, गाजीपुर ते होर सरहदां ते अंदोलन कर रहे हैं ते आप इन्हां दीयां मंगां दा समर्थन करदी है। अमरीका ने भारत विरुद्ध चुक्या वड्डा कदम, लगाया भारी टैरिफ। उंज भारत नूं अमरीका अपना बहुत करीबी देश मानता है पर अमरीका के बाइडन प्रशासन ने पहली बार बदले की कार्रवाई करते हुए भारत विरुद्ध वड्डा फैसला किया है। बाइडन प्रशासन ने भारत के करीब 40 उत्पादों से 25% प्रतिरोधी टैरिफ या होर टैक्स ला दिता है। यह वाधू टैक्स झींगा, बासमती चावल, सोना चांदी के उत्पादों सने होर चीज़ों पर लाया गया है। भारत वालों नॉन रेजिडेंट्स ई-कॉमर्स ऑपरेटर्स तो लई जा रही डिजिटल सेवा के विरुद्ध यह वाधू टैरिफ लगाया गया है। दुबई विच भारतीय हवाई फौज के जहाज़ों ने दिखाए अपने जलवे। भारत ते खाड़ी मुल्कों विचाले वाधे रक्षा संबंधों में एक नवा पड़ाव जुड़ गया है। भारतीय फौज ने UAE विच बहुराष्ट्रीय फौजी अभ्यास विच डेजर्ट फ्लैग विच हिस्सा लिया। UAE विच संयुक्त अरब अमीरात, अमरीका, फ्रांस, सऊदी अरब के नाल भारतीय हवाई फौज ने जंगी अभ्यास किया। इन्हां 6 मुल्कों तो इलावा जॉर्डन, ग्रीस, कतर, मिस्र ते दक्षिणी कोरिया ने इस अभ्यास विच सुपरवाइजर फोर्सां के रूप में भी हिस्सा लिया। इस अभ्यास विच भारतीय हवाई फौज के SU-30 MKI जंगी जहाज़ ने पहली बार हिस्सा लिया। भारतीय हवाई फौज के अधिकारी मुताबिक संयुक्त अरब अमीरात विच होए इस हवाई जंगी अभ्यास विचाले 2C-17 ग्लोब मास्टर जहाज़ ने हिस्सा लिया। दोस्तों तुहानूं दस दईए कि हवाई फौज ने हाल ही विच जोधपुर विच भी फ्रांस नाल फौजी अभ्यास किया सी। शोपिया विच मुकाबले दौरान 2 अतवादी ढेर, 1 जवान होया शहीद। जम्मू कश्मीर के शोपिया जिले च सुरक्षा फोर्सां वालों चलाई गई घेराबंदी ते तलाश मुहिम दौरान होए मुकाबले विच 2 अणपछाते अतवादी मारे गए हैं जदों कि 1 जवान भी शहीद हो गया है।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੂਫੀਆ ਸੂਚਨਾ ਦੇ ਆਧਾਰ ਤੇ ਰਾਸ਼ਟਰੀ ਰਾਈਫਲਜ਼, ਜੰਮੂ ਕਸ਼ਮੀਰ ਪੁਲਿਸ ਤੇ CRPF ਦੇ ਜਵਾਨਾਂ ਨੇ ਸ਼ਨੀਵਾਰ ਦੇਰ ਸ਼ਾਮ ਸ਼ੋਪੀਆ ਦੇ ਵਾਂਗਾ ਪਿੰਡ ਵਿੱਚ ਇੱਕ ਸੰਯੁਕਤ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਮੁਕਾਬਲੇ ਵਿੱਚ ਹੁਣ ਤੱਕ 2 ਅੱਤਵਾਦੀ ਮਾਰੇ ਗਏ ਹਨ ਤੇ ਮੁਕਾਬਲਾ ਹਾਲੇ ਵੀ ਜਾਰੀ ਹੈ। ਮੁਕਾਬਲੇ ਵਿੱਚ 2 ਜਵਾਨ ਵੀ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਇੱਕ ਜਵਾਨ ਨੇ ਸ਼੍ਰੀਨਗਰ 'ਚ ਫੌਜ ਦੇ 92 ਬੇਸ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਖਤਰਨਾਕ ਬਦਮਾਸ਼ ਕੁਲਦੀਪ ਐਨਕਾਊਂਟਰ ਵਿੱਚ ਢੇਰ। GTB ਹਸਪਤਾਲ ਵਿੱਚ ਪੁਲਿਸ ਹਿਰਾਸਤ 'ਚੋਂ ਭੱਜਾ ਖਤਰਨਾਕ ਬਦਮਾਸ਼ ਕੁਲਦੀਪ ਉਰਫ ਫੱਜਾ ਪੁਲਿਸ ਮੁਕਾਬਲੇ ਵਿੱਚ ਢੇਰ ਹੋ ਗਿਆ। ਸਪੈਸ਼ਲ ਸੈੱਲ ਨੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਲੁਕੇ ਕੁਲਦੀਪ ਉਰਫ ਫੱਜਾ ਨੂੰ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ। 25 ਮਾਰਚ ਨੂੰ ਕੁਲਦੀਪ ਨੂੰ ਮੰਡੋਲੀ ਜੇਲ੍ਹ ਤੋਂ ਇਲਾਜ ਲਈ ਲਿਆਂਦਾ ਗਿਆ ਸੀ। ਉਦੋਂ ਉਸ ਦੇ ਸਾਥੀ ਬਦਮਾਸ਼ਾਂ ਨੇ ਪੁਲਿਸ ਟੀਮ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਨੂੰ ਛੁਡਾ ਲਿਆ ਸੀ। ਇਸ ਦੌਰਾਨ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਵੀ ਹੋਇਆ ਸੀ, ਜਿਸ ਵਿੱਚ ਰਵੀ ਨਾਮ ਦਾ ਬਦਮਾਸ਼ ਮੌਕੇ ਤੇ ਢੇਰ ਹੋ ਗਿਆ ਸੀ ਤੇ ਅੰਕੇਸ਼ ਨਾਂ ਦੇ ਬਦਮਾਸ਼ ਨੂੰ ਗੋਲੀ ਲੱਗੀ ਸੀ, ਜਿਸ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਫੱਜਾ ਉਸ ਸਮੇਂ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਿਆ ਸੀ। ਕੁਲਦੀਪ ਉਰਫ ਫੱਜਾ ਤੇ 70 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਸਨ। ਮਾਰਚ 2020 'ਚ ਸਪੈਸ਼ਲ ਸੈੱਲ ਨੇ ਇਸ ਨੂੰ ਗੈਂਗਸਟਰ ਗੋਗੀ ਨਾਲ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਅਨੁਸਾਰ ਗੈਂਗਸਟਰ ਕੁਲਦੀਪ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਇੱਕ ਫਲੈਟ ਵਿੱਚ ਲੁਕਿਆ ਹੋਇਆ ਸੀ। ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਫਾਇਰਿੰਗ ਕਰਨ ਲੱਗਾ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀ ਚਲਾ ਦਿੱਤੀ। ਪੁਲਿਸ ਦੀ ਗੋਲੀ ਕੁਲਦੀਪ ਨੂੰ ਜਾ ਲੱਗੀ। ਉਸ ਨੂੰ ਗੰਭੀਰ ਹਾਲਤ ਵਿੱਚ ਅੰਬੇਡਕਰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਾਂਜੀ ਦੋਸਤੋ, ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ। ਸੂਬੇ ਪੰਜਾਬ ਤੇ ਦੇਸ਼ ਦੀਆਂ ਖਾਸ ਤੇ ਵੱਡੀਆਂ ਖਬਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਾਡੇ ਨਾਲ ਬਣੇ ਰਹਿਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ।